ਜਲ ਤਾਰ ਦਿੰਦੇ ਨੇ। ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰੋ, ਸਭ ਤੇ ਉਚੇ ਜਾਣੀਐ ਨਾਨਕ ਨਾਮ ਪਿਆਰੋ। ਕਚੜਿਆ ਸੋ ਤੋੜ ਢੂੰਡ ਸਜਨ ਸਤ ਪੱਕਿਆ, ਉਹ ਜਵਿੰਦੇ ਵਿਛੜ ਉਹ ਮੋਇਆ ਨਾ ਜਾਈ ਛੋੜ। ਤੂੰ ਤਾਂ ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ ਢੂੰਡ ਲੈ ਸਜਨ ਸੰਤ ਪੱਕੇ। ਬੱਚਿਆਂ ਦਾ ਸੰਗ ਛੱਡ ਕੇ ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ। ਤਾਂ ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ। ਤੂੰ ਤਾਂ ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਨ ਸੰਤ ਪੱਕਿਆ, ਸਜਨ ਸੰਤ ਪੱਕੇ। ਬੱਚਿਆਂ ਦਾ ਸੰਗ ਛੱਡ ਕੇ ਢੂੰਡ ਲੈ ਸਜਨ ਸੰਤ ਪੱਕੇ। ਬੱਚਿਆਂ ਦਾ ਸੰਗ ਛੱਡ ਕੇ ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ। ਤਾਂ ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ। ਤੂੰ ਤਾਂ ਢੂੰਡ ਲੈ ਸਜਨ ਸੰਤ ਪੱਕਿਆ, ਬੱਚਿਆਂ ਦਾ ਸੰਗ ਛੱਡ ਕੇ। ਕੱਚਿਆਂ ਦਾ ਜੀ ਸੰਗ ਛੱਡ ਕੇ, ਕੱਚਿਆਂ ਦਾ ਜੀ ਸੰਗ ਛੱਡ ਕੇ। ਬੱਚਿਆਂ ਦਾ ਜੀ ਸੰਗ ਛੱਡ ਕੇ। ਤੂੰ ਕੱਚਿਆਂ ਦਾ ਜੀ ਸੰਗ ਛੱਡ ਕੇ।
जाते हुए बिना हो। तो भी साथ निभाते ने दुनिया छड़े जांदियां साधु मोया तो भी साथ निभांदे ने दुनिया छड़े जांदियां दुनिया छड्डे जी जिਉਂਦਿਆਂ दुनिया छड्डे जी जिਉਂਦਿਆਂ दुनिया छड़े जी जांदियां ओ दुनिया छड़े जी जांदियां दुनिया छड्डे जी ਜਿਉਂਦਿਆਂ ਨੂੰ ਦੁਨੀਆ ਛੱਡੇ ਜੀ 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 ਜਾਂਦਿਆਂ ਨੂੰ ਉਹ ਦੁਨੀਆ ਛੱਡੇ ਜੀ ਜਾਂਦਿਆਂ ਨੂੰ ਦੁਨੀਆ ਛੱਡੇ ਜੀ ਜਿਉਂਦਿਆਂ ਨੂੰ ਦੁਨੀਆ ਛੱਡੇ ਜੀ ਜਿਉਂਦਿਆਂ ਨੂੰ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡੇ ਜਿਉਂਦਿਆਂ ਨੂੰ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡੇ ਜਿਉਂਦਿਆਂ ਨੂੰ ਹੋਇਆ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡੇ ਜਾਂਦਿਆਂ ਨੂੰ ਸਾਧੂ ਹੋਇਆ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡੇ ਜਾਂਦਿਆਂ ਨੂੰ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡੇ ਜਾਂਦਿਆਂ ਨੂੰ ਸਾਧੂ ਹੋਇਆ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡੇ ਜਾਂਦਿਆਂ ਨੂੰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹੋ ਸਾਖਤ ਸੰਗ ਨ ਜਾਏ ਜਾਤੇ ਹੋਏ ਬਿਨਾ ਹੋ ਪਰਮ ਸਤਿਕਾਰ ਗੁਰੂ ਸਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਜਿਤਨੇ ਆਪ ਗੁਰੂ ਚਰਨਾਂ ਵਿੱਚ ਪਹੁੰਚੇ ਹੋ ਬਹੁਤ ਵੱਡੇ ਭਾਗਾਂ ਵਾਲਿਆਂ ਗੁਰੂ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ
ਸਤਿਕਾਰਯੋਗ ਸ਼੍ਰੀ ਮਾਨ ਸਿੰਘ ਬਾਬਾ ਕਿਰਪਾਲ ਸਿੰਘ ਜੀ, ਉਹਨਾਂ ਤੋਂ ਗੁਰੂ ਸਾਹਿਬ ਬਾਬਾ ਨਾਹਰ ਸਿੰਘ ਜੀ ਤੇ ਉਹਨਾਂ ਦੇ ਚਰਨ ਸੇਵਕ ਸ਼੍ਰੀ ਮਾਨ ਸੰਤ ਬਾਬਾ ਬੰਤ ਸਿੰਘ ਜੀ ਦੀ ਸਾਲਾਨਾ ਵਰਸ਼ੀ ਨੂੰ ਮੁੱਖ ਰੱਖਦੇ ਆ ਪਰਸੋਂ ਰੋਜ਼ ਤੋਂ ਲੈ ਕੇ ਤੇ ਨਾਲ ਹੀ ਸੰਗਰਾਮ ਦਾ ਪਵਿੱਤਰ ਦਿਹਾੜਾ ਮਨਾਉਂਦੇ ਆ। 2 ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਪਰਸੋਂ ਆਰੰਭ ਹੋਏ ਸਨ ਤੇ 1 ਸ਼੍ਰੀ ਸਹਿਜ ਪਾਠ ਜਿਨ੍ਹਾਂ ਦੇ ਹੁਣ ਹੀ ਸਮਾਪਤੀ ਦੇ ਭੋਗ ਪਾਏ। ਆਪ ਜੀਆਂ ਨੇ ਇਲਾਹੀ ਰੱਬੀ ਬਾਣੀ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਬਣਾਉਣਾ ਕੀਤਾ। ਰਸਨ ਪਵਿੱਤਰ ਕਰਦੇ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਜਿਹੜੇ ਰੱਬ ਦੇ ਪਿਆਰੇ ਨੇ ਇਹਨਾਂ ਦੀ ਡਿਊਟੀ ਪਰਮੇਸ਼ਰ ਵਾਹਿਗੁਰੂ ਆਪ ਲਾਉਂਦਾ ਹੈ। ਜਿਵੇਂ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਜਨਮ ਮਰਨ ਦੋਹ ਮੈਂ ਨਾਹੀ, ਜਨ ਪਰ ਉਪਕਾਰੀ, ਜੀ ਦਾਨ ਦੇ ਭਗਤੀ ਲੈਣ ਹਰ ਸਿਉ ਲੈਣ। ਕਹਿੰਦੇ ਇਹਨਾਂ ਦਾ ਸੰਸਾਰ ਤੇ ਆਉਣਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਭੇਜੇ ਜਾਂਦੇ ਹੈ। ਜਿਹੜੇ ਆਪਣੇ ਵਰਗੇ ਲੋਕ ਪਰਮੇਸ਼ਰ ਦੇ ਨਾਮ ਤੋਂ ਭੁੱਲੇ ਫਿਟ ਕੇ ਜੋ ਸਾਰੀ ਜ਼ਿੰਦਗੀ ਕਾਰੋ ਵਿਹਾਰਾਂ ਵਿੱਚ ਬਤੀਤ ਕਰਦੇ ਨੇ, ਇਹਨਾਂ ਨੂੰ ਪ੍ਰੇਰ ਕੇ ਰੱਬ ਦੇ ਨਾਲ ਜੋੜਦੇ ਆ। ਪਾਤਸ਼ਾਹ ਜੀ ਕਹਿੰਦੇ, ਸੰਤ ਸਹਾਈ ਜੀ ਕੇ ਭਵਜਲ ਤਾਰਨ, ਸਭ ਤੇ ਉੱਚੇ ਜਾਣੀਐ ਨਾਨਕ ਨਾਮ। ਉਹ ਜਿਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਵੱਡਾ ਭਰਾ ਛੋਟਾ ਭਰਾ ਦਾ ਸਹਾਇਕ ਬਣਦਾ, ਆਪਣੇ ਕਾਰੋਬਾਰਾਂ ਵਿੱਚ ਉਹਦੀ ਮਦਦ ਕਰਦਾ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਨਾਮ ਜਪਣ ਜਪਾਉਣ ਵਿੱਚ, ਧਰਮ ਦੇ ਕਰਮਾਂ ਵਿੱਚ, ਕਰਨ ਕਰਾਉਣ ਦੇ ਵਿੱਚ ਸਹਾਇਤਾ ਕਰਦੇ ਆ। ਮਾਨੋ ਕਿ ਪ੍ਰੇਰ ਕੇ ਇੱਧਰ ਲੈਂਦੇ ਆ। ਜਿਵੇਂ ਆਸੇ ਮਹੀਨੇ ਦਾ ਗੁਰੂ ਪਾਤਸ਼ਾਹ ਜੀ ਸਕੇਤ ਬਖਸ਼ਿਸ਼ ਕਰਦੇ ਨੇ, ਆਸਣ ਪ੍ਰੇਮ ਉਹ ਮਾੜਾ ਕਿਉਂ ਮਿਲੀਐ ਹਰ ਜਾਏ। ਸੰਤ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ, ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ। ਗੁਰੂ ਮਹਾਰਾਜ ਕਹਿੰਦੇ, ਜਦੋਂ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਮਿਲਣ ਦਾ ਕਹਿੰਦੇ ਉਹ ਮਾੜਾ ਉਤਸ਼ਾਹ ਬਣਦਾ ਹੈ, ਫਿਰ ਉਸ ਵੇਲੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਸੰਗਤ ਵਿੱਚ ਆ ਕੇ ਆਸਣ ਆ ਕੇ ਲਾਉਂਦਾ ਵਹਿੰਦਾ ਹੈ। ਪਰਮੇਸ਼ਰ ਦੀ ਪਹਿਲਾਂ ਬਾਣੀ ਸੁਣਨੀ, ਫਿਰ ਮੰਨਣੀ ਹੈ, ਫਿਰ ਕਮਾਉਣੀ ਹੈ। ਜਦੋਂ ਹਿਰਦੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਨੂੰ ਮਿਲਣ ਦੀ ਪਿਆਸ ਹੈ ਨਾ, ਉਹਨੂੰ ਪੂਰੀ ਕਰਨ ਕਰਾਉਣ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਮਿਲਾਉਂਦੇ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਟੁੱਟੀਆਂ ਰੂਹਾਂ ਨੂੰ ਰਾਵ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ।
ਰੱਬ ਨਾਲ ਜੋੜ ਦੇ, ਰੱਬ ਨਾਲ ਜੋੜ, ਰੱਬ ਨਾਲ ਜੋੜ ਦੇ, ਰੱਬ ਨਾਲ ਜੋੜ ਦੇ। ਰੱਬ ਨਾਲ ਜੋੜ ਦੇ, ਰੱਬ ਨਾਲ ਜੋੜ, ਰੱਬ ਨਾਲ ਜੋੜ ਦੇ ਸਾਨੂੰ, ਰੱਬ ਨਾਲ ਜੋੜ ਦੇ। ਟੁੱਟਿਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ, ਟੁੱਟਿਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ। ਇਸ ਕਰਕੇ ਗੁਰੂ ਮਹਾਰਾਜ ਕੇ ਰੱਬ ਦੇ ਪਿਆਰੇ ਨਾ ਭਗਤ ਜੀ ਫਰਮਾਨ ਕਰਦੇ, ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਨਾਮ ਦੀ ਕਮਾਈ ਕਰਕੇ, ਕਿਉਂ ਨਾਮ ਦੇ ਨਾਲ ਹੀ ਮਿਲਿਆ ਜਾਣਾ, ਨਾਮ ਤੋਂ ਬਿਨਾਂ ਰੱਬ ਨਾਲ ਮਿਲਿਆ ਨਹੀਂ ਜਾਣਾ। ਨਾਨਕ ਨਾਮ ਅਰਾਧਿਆ ਅਰਾਧ ਹਰ, ਜਦੋਂ ਆਪਾਂ ਅਰਾਧੇ ਨਹੀਂ ਬਣੇ, ਆਪਾਂ ਨਾਮ ਜਪਣ ਵਾਲੇ ਨਹੀਂ ਬਣੇ, ਰੱਬ ਨੂੰ ਚੇਤੀ ਨਹੀਂ ਕਰਦੇ, ਫਿਰ ਆਪਾਂ ਨੂੰ ਰੱਬ ਕਿੱਥੇ ਮਿਲੇਗਾ ਬਾਈ। ਜਦੋਂ ਆਪਾਂ ਪਰਮੇਸ਼ਰ ਨੂੰ ਚੇਤੇ ਕਰਾਂਗੇ, ਰੱਬ ਨੂੰ ਯਾਦ ਕਰਾਂਗੇ, ਉਹਦੀ ਯਾਦ ਹੀ ਰੱਬ ਨੂੰ ਮਿਲਾਉਂਦੀ ਹੈ। ਇੱਕ ਛੋਟਾ ਦ੍ਰਿਸ਼ਟਾਂਤ ਦਿੰਦੇ ਆ, ਜਿਵੇਂ ਕਹਿੰਦੇ ਆਪਾਂ ਕਿਸੇ ਨੂੰ ਲਾਂਭੇ ਬੰਦੇ ਨੂੰ ਮਿਲਣ ਜਾਣਾ ਹੋਵੇ ਨਾ, ਆਪਾਂ ਨੇ ਕਿਸੇ ਨੂੰ ਮਿਲਣ ਜਾਣਾ ਹੋਵੇ, ਜੇ ਤਾਂ ਆਪਾਂ ਨੂੰ ਉਹਦਾ ਨਾਮ ਚੇਤੇ ਹੈ ਵੀ ਫਲਾਣਾ ਸਿੰਘ ਆ ਭਾਈ, ਫੇਰ ਤਾਂ ਆਪਾਂ ਨੂੰ ਉਹਦਾ ਮਿਲਾਪ ਹੋ ਜਾਣਾ ਹੈ। ਜੇ ਆਪਾਂ ਨੂੰ ਉਹਦਾ ਨਾਮ ਚੇਤੇ ਨਹੀਂ, ਇਕੱਲਾ ਬੰਦਾ ਕਹੀ ਜਾਈਏ ਬੰਦੇ ਨੂੰ ਮਿਲਣਾ ਮੈਂ, ਉਹ ਪੁੱਛੋ ਤੈਨੂੰ ਮਿਲਾਉਣ ਵਾਲਾ ਉਹਦਾ ਨਾਮ ਕੀ ਹੈ ਭਾਈ, ਤੂੰ ਅੱਗੋਂ ਕਹੇ ਮੈਨੂੰ ਨਾਮ ਤਾਂ ਮੈਨੂੰ ਚੇਤੇ ਨਹੀਂ ਗਾ ਜੀ, ਨਾਮ ਤਾਂ ਮੈਨੂੰ ਵਿਸਰ ਗਿਆ, ਫਿਰ ਉਹਦਾ ਤੈਨੂੰ ਮਿਲਾਪ ਨਹੀਂ ਹੋ ਸਕਦਾ। ਮਿਲਾਪ ਉਦੋਂ ਹੀ ਹੁੰਦਾ ਹੈ ਜਦੋਂ ਉਹਦਾ ਤੈਨੂੰ ਨਾਮ ਚੇਤੇ ਹੋਊਗਾ। ਇਸੇ ਤਰ੍ਹਾਂ ਜਦੋਂ ਆਪਾਂ ਪਰਮੇਸ਼ਰ ਨੂੰ ਚੇਤੇ ਕਰਾਂਗੇ, ਰਸੰਗਤ ਵਿੱਚ ਬਹਿ ਕੇ ਰੱਬ ਨੂੰ ਧਿਆਵਾਂਗੇ, ਸਿਮਰਾਂਗੇ, ਫਿਰ ਇੱਕ ਦਿਨ ਐਸਾ ਆ ਹੀ ਜਾਣਾ ਹੈ ਵੀ ਰੱਬ ਆਪਾਂ ਨੂੰ ਮਿਲ ਜਾਣਾ ਹੈ। ਜਿਨ੍ਹਾਂ ਨੇ ਚੇਤਿਆ ਯਾਦ ਕੀਤਾ, ਇਤਿਹਾਸ ਪੜ੍ਹ ਕੇ ਦੇਖ ਲਓ ਵੀ ਉਹਨਾਂ ਨੂੰ ਰੱਬ ਮਿਲਿਆ। ਕਿਤੇ ਭਾਈ ਲਾਲੋ ਵਰਗਿਆਂ ਨੇ ਗੁਰੂ ਨਾਨਕ ਦੇ ਗੁਣ ਗਾਏ, ਫਿਰ ਗੁਰੂ ਨਾਨਕ ਨੇ ਵੀ ਜਾ ਕੇ ਉਹਦਾ ਬਾਰ ਖੜਕਾ ਦਿੱਤਾ ਸੀਗਾ। ਜਿਨ੍ਹਾਂ ਨੇ ਪਰਮੇਸ਼ਰ ਨੂੰ ਚੇਤੇ ਕੀਤਾ, ਯਾਦ ਕੀਤਾ, ਗੁਰੂ ਮਹਾਰਾਜ ਕਹਿੰਦੇ ਉਹੀ ਰੱਬ ਨੂੰ ਮਿਲੇ ਨੇ। ਯਾਦ ਕਰਵਾਉਣ ਵਾਲੇ ਕੌਣ ਨੇ? ਰੱਬ ਦੇ ਪਿਆਰੇ ਆ ਭਾਈ। ਹਰੀ ਰੱਬ ਦੇ ਪਿਆਰੇ ਨੇ, ਕੋਈ ਨਾ ਕੋਈ ਬਹਾਨਾ ਕੱਢ ਕੇ ਸੰਗਤਾਂ ਇਕੱਠੀਆਂ ਕਰ ਲੈਂਦੇ ਨੇ। ਆਜੋ ਭਾਈ, ਆਜੋ ਆਪਾਂ ਬਹਿ ਕੇ ਰੱਬ ਨੂੰ ਚੇਤੇ ਕਰੀਏ। ਜੇ ਆਪਾਂ ਇੱਥੇ ਬਾਬਾ ਬੰਦ ਸਿੰਘ ਦੀ ਬਰਸ਼ੀ ਮਨਾਈਏ, ਉਹਦੇ ਵਿੱਚ ਉਹਨਾਂ ਦਾ ਤਾਂ ਕੁਛ ਨਹੀਂ ਹੈ, ਕੁਛ ਨਹੀਂ ਉਹਨਾਂ ਦਾ। ਇਹਦੇ ਵਿੱਚ ਆਪਣਾ ਭਲਾ ਹੈ। ਆਪਾਂ ਇਕੱਤਰ ਹੋ ਕੇ ਗੁਰੂ ਦੀ ਸੇਵਾ ਕਰਦੇ ਹਾਂ, ਗੁਰੂ ਨੂੰ ਚੇਤੇ ਕਰਦੇ ਹਾਂ, ਗੁਰੂ ਦੇ ਗੁਣ ਗਾਉਂਦੇ ਆ। ਇਹਨਾਂ ਦਾ ਮਤਲਬ ਇਹ ਹੈ, ਇਹਦੇ ਵਿੱਚੋਂ ਕਿਸੇ ਨਾ ਕਿਸੇ ਦਾ ਮਨ ਬਣ ਜਾਵੇ ਵੀ ਮੈਂ ਰੱਬ ਨਾਲ ਜੁੜ ਜਾ, ਗੁਰੂ ਵਾਲਾ ਬਣ ਜਾ। ਮੈਂ
ਕੋਈ ਨਾ ਕੋਈ ਤਾਂ ਭਾਵੇਂ ਕਿ ਬੀਜ ਹਰਾ ਹੁੰਦੀ ਹੈ ਜਦ ਬੀਜਦੇ ਆਪਾਂ, ਕੋਈ ਤਾਂ ਹਰਾ ਬੀਜ ਹੁੰਦੀ ਹੈ, ਜੇ ਬੀਜਾਂਗੇ ਨਹੀਂਗੀ ਫਿਰ ਉੱਥੇ ਹਰਾ ਕੀ ਹੋਊਗਾ। ਇਹ ਜਿਹੜਾ ਆਪਾਂ ਇਹ ਭਾਵੇਂ ਕਿ ਸਮਾਗਮਾਂ ਨੇ ਸੰਗਤਾਂ ਨੇ ਇਹ ਇੱਕ ਬੀਜ ਬੀਜਣ ਦੀ ਗੱਲ ਹੈ। ਕੋਈ ਨਾ ਕੋਈ ਐਸੀ ਕਿਰਪਾ ਹੁੰਦੀ ਮਹਾਰਾਜ ਦੀ, ਕੋਈ ਹਰਾ ਹੋ ਜਾਂਦਾ ਭਾਈ, ਕੋਈ ਨਾ ਕੋਈ ਰੱਬ ਦੇ ਨਾਲ ਜੁੜ ਜਾਂਦਾ, ਕੋਈ ਨਾ ਕੋਈ ਗੁਰੂ ਵਾਲਾ ਬਣ ਜਾਂਦਾ, ਕੋਈ ਨਾ ਕੋਈ ਬਾਣੀ ਪੜਨ ਲੱਗੀ ਜਾਂਦਾ। ਜੇ ਇੱਕ ਅੱਧਾ ਵੀ ਜੁੜ ਗਿਆ ਬਸ ਮੰਨੋ ਕਿ ਆਪਣਾ ਜੀਵਨ ਸਫਲਾ ਹੋ ਜਾਊਗਾ, ਆਪਣਾ ਜੀਵਨ ਸਫਲਾ ਹੋ ਜਾਊ। ਇਹ ਬਹੁਤ ਵੱਡਾ ਪੁੰਨ ਹੈ ਵੀ ਜਿਹੜਾ ਆਪਾਂ ਕਿਸ ਰੱਬ ਦੇ ਨਾਲ ਜੋੜ ਦਈਏ ਆਪਾਂ, ਇਹ ਤੋਂ ਵੱਡਾ ਪੁੰਨ ਕੋਈ ਨਹੀਂਗਾ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਡਿਊਟੀ ਰੱਬ ਦੇ ਨਾਲ ਜੋੜਨ ਦੀ ਹੈ ਭਾਈ। ਆਪ ਜਪਦੇ ਹੋਰਾਂ ਤੋਂ ਜਪਾਉਂਦੇ ਹੈ, ਬਾਜਾ ਮਾਰ ਮਾਰ ਕੇ ਆਜੋ ਭਾਈ ਇਕੱਤਰ ਹੋਈਏ, ਆਪਾਂ ਰੱਬ ਨੂੰ ਚੇਤੇ ਕਰੀਏ, ਰੱਬ ਦੇ ਕੰਮ ਕਰੀਏ ਤਾਂ ਕਿ ਆਪਣਾ ਮਨੁੱਖਾ ਜਨਮ ਸਫਲਾ ਹੋ ਜਾਵੇ। ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਆਪ ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਆਪ ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਆਪ ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਆਪ ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਉਹ ਕੰਮ ਸਾਧੂਆਂ ਦਾ। ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਇਹੋ ਕੰਮ ਜੀ ਸਾਧੂਆਂ ਦਾ, ਇਹੋ ਕੰਮ ਜੀ ਸਾਧੂਆਂ ਦਾ। ਇਹੋ ਕੰਮ ਜੀ ਸਾਧੂਆਂ ਦਾ। ਸਾਧੂਆਂ ਦਾ। ਸਾਧੂਆਂ ਦਾ। ਇਹੋ ਕੰਮ
ਤੋਂ ਜਪਾਉਂਦੇ ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ ਇਹੋ ਕੰਮ ਸਾਧੂਆਂ ਦਾ। ਆਪ ਜਪਦੇ ਤੇ ਹੋਰਾਂ ਤੋਂ ਜਪਾਉਂਦੇ ਇਹੋ ਕੰਮ ਸਾਧੂਆਂ ਦਾ। ਇਹੋ ਕੰਮ ਸਾਧੂਆਂ ਦਾ। ਇਹੋ ਕੰਮ ਸਾਧੂਆਂ ਦਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਪਿਆਰੇ, ਕਿਉਂਕਿ ਉਹਨਾਂ ਨੂੰ ਮਿਲਣ ਕਰਕੇ ਹੀ ਸਾਹਿਬ ਚਿਤ ਆਵੇ ਭਗਤਾਂ ਤੇਰੇ ਡਿਠਿਆ। ਜਿਹੜਾ ਪਰਮੇਸ਼ਰ ਹੈ ਨਾ, ਉਹ ਰੱਬ ਦੇ ਪਿਆਰਿਆਂ ਨੂੰ ਦੇਖ ਕੇ ਦਰਸ਼ਨ ਕਰਕੇ, ਜਿਵੇਂ ਭਗਤ ਕਬੀਰ ਜੀ ਫਰਮਾਨ ਕਰਦੇ ਬਾਣੀ ਵਿੱਚ, ਕਬੀਰ ਸੰਗਤੀ ਸੰਤ ਕੀ ਗੈਲ ਨਾ ਛੋੜੀਆ ਮਾਰਗ ਲਾਗਾ ਜਾਓ। ਭੇਖਤ ਹੀ ਪੁਨੀਤ ਹੋਏ ਭੇਟ ਜਪੀਐ ਨਾਉ। ਕਹਿੰਦੇ ਭੇਖ ਦਰਸ਼ਨ ਕਰਨ ਦੇ ਨਾਲ ਹੀ ਪਵਿੱਤਰਤਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਉਹਨਾਂ ਦੇ ਨਾਲ ਆਪਾਂ ਕਹਿੰਦੇ ਸਾਂਝੀ ਵਾਲ ਕਰ ਲੈਂਦੇ ਆ, ਆਪਣਾ ਮੇਲ ਮਿਲਾਪ ਹੋ ਜਾਂਦਾ ਉਹਨਾਂ ਨਾਲ, ਫਿਰ ਰੱਬ ਚੇਤੇ ਆਉਣ ਲੱਗ ਜਾਂਦਾ ਹੈ। ਰੱਬ ਚੇਤੇ ਆਉਣ ਲੱਗ ਜਾਂਦਾ ਹੈ। ਸੰਗਤ ਵਿੱਚੋਂ ਹੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ ਭਾਈ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ, ਉਹ ਜੀਵਾਂ ਦੇ ਲੋਕ ਤੇ ਪ੍ਰਲੋਕ ਦੇ ਸਹਾਇਕ ਨੇ, ਇੱਥੇ ਦੇ ਵੀ ਗਾਹਾਂ ਦੇ ਵੀ। ਇਹ ਸ੍ਰੀ ਮਾਨ ਸਭਾ ਕਿਰਪਾਲ ਸਿੰਘ ਜੀ ਕਹਿੰਦੇ ਭਾਈ, ਕਹਿੰਦੇ ਕੋਈ ਨਹੀਂ, ਸਾਡੀ ਦਰਗਾਹ ਦੀ ਡਿਊਟੀ ਹੈ ਕਹਿੰਦੇ। ਪਰ ਅੱਜ ਕੱਲ ਸਮਾਂ ਐਸਾ, ਜੇ ਕੋਈ ਐਸੀ ਗੱਲ ਕਰੀਏ ਤਾਂ ਲੋਕ ਟੀਚਰਾਂ ਕਰਦੇ ਆ ਵੀ ਕਿਹੜੀ ਦਰਗਾਹ ਕੀ ਆ, ਕੁਛ ਵੀ ਨਹੀਂਗਾ। ਪਰ ਜਿਨ੍ਹਾਂ ਨੂੰ ਵਿਸ਼ਵਾਸ ਹੈ, ਜਿਨ੍ਹਾਂ ਨੂੰ ਭਰੋਸਾ ਹੈ ਭਾਈ ਸਭ ਕੁਛ ਹੈ, ਜਿਹਨੂੰ ਕੁਛ ਵਿਸ਼ਵਾਸ ਹੀ ਨਹੀਂ ਉਹਦੇ ਲਈ ਕੁਛ ਵੀ ਨਹੀਂਗਾ। ਹੁਣ ਰੱਬ ਦੇ ਪਿਆਰੇ ਨੇ, ਭਗਤ ਕਬੀਰ ਜੀ ਫਰਮਾਨ ਕਰਦੇ, ਸੰਗਤ ਕਰਾਂਗੇ ਰੱਬ ਦੇ ਪਿਆਰਿਆਂ ਦੀ ਤਾਂ ਆਪਣਾ ਜੀਵਨ ਬਣ ਜੂ ਭਾਈ। ਜੇ ਸੰਗਤ ਵਿੱਚ ਆਵਾਂਗੇ, ਬੁਰਿਆਂ ਕਰਮਾਂ ਤੋਂ ਬਚਾਂਗੇ, ਆਪਣਾ ਜਿਹੜਾ ਜੀਵਨ ਹੈ ਤਬਾਹ ਹੋਣ ਤੋਂ ਬਚੂਗਾ। ਇਸੇ ਕਰਕੇ ਭਗਤ ਜੀ ਕਹਿੰਦੇ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹੋ। ਸਾਖਤ ਸੰਗ ਨਾ ਜਾਈਏ ਜਾਤੇ ਹੋਏ ਬਿਨਾਹੋ। ਜਿਹੜੇ ਕੁਰਾਹੇ ਪੈ ਜਾਂਦੇ ਆ, ਮਾੜੀ ਸੰਗਤ ਵਿੱਚ ਬੈਠਣ ਲੱਗ ਜਾਂਦੇ ਨੇ, ਜੂਆ ਆਦ ਖੇਡਣ ਲੱਗ ਜਾਂਦੇ, ਆਪਾਂ ਕਹਿੰਦੇ ਆ ਮਾੜੀ ਸੰਗਤ ਹੋ ਗਈ ਇਹਨੂੰ, ਇਹਦੇ ਕਰਕੇ ਇਹਦਾ ਬੇੜਾ ਗਰਕ ਹੋ ਗਿਆ ਕਹਿੰਦੇ ਨੇ ਆਪਾਂ। ਮੰਨੋ ਕਿ ਜਿਹੜੀ ਗੁਰੂ ਦਾ ਸੰਗਤ ਹੈ, ਪਰਮੇਸ਼ਰ ਦੇ ਪਿਆਰਿਆਂ ਦਾ ਮਿਲਾਪ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਦਾ ਲੋਕ ਪ੍ਰਲੋਕ ਸਵਾਰਦੀ। ਜਿਹੜਾ ਤਾਂ ਲੋਕ ਹੀ ਪੂਰਾ ਭਾਵ ਸੈੱਟ ਆ ਗਿਆ, ਸਵਾਰਿਆ ਗਿਆ, ਪ੍ਰਲੋਕ ਸਵਾਰੀ ਜਾਣਾ। ਜਿਹਦਾ ਪ੍ਰਲੋਕ ਹੀ ਵਿਗੜ ਗਿਆ, ਇੱਥੋਂ ਲੋਕ ਹੀ ਵਿਗੜ ਗਏ, ਫਿਰ ਗਾਹਾਂ ਕੀ ਮਿਲੂਗਾ ਬਈ? ਪਹਿਲਾਂ ਇੱਥੇ ਸਵਾਰਨਾ ਹੈ, ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਅੱਗਾ। ਇਸ ਕਰਕੇ ਭਗਤ ਜੀ ਫਰਮਾਨ ਕਰਦੇ, ਕਹਿੰਦੇ ਭਾਈ ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰ, ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਤੈਨੂੰ ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਇਹਨੂੰ ਡੋਬ ਦੁਖ ਸੰਗ ਮਨਾ ਮੇਰਿਆ, ਸਾਧ
ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦੇਊਗਾ। ਨੂੰ ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦੇਊਗਾ। ਤੈਨੂੰ ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦੇਊਗਾ। ਸਾਧ ਸੰਗ ਜੀ ਤਾਰ ਦਿਓਗਾ। ਸਾਧ ਸੰਗ ਜੀ ਤੈਨੂੰ ਤਾਰ ਦਿਓਗਾ। ਸਾਧ ਸੰਗ ਜੀ ਤਾਰ ਦੇਊਗਾ। ਓ ਸਾਧ ਸੰਗ ਜੀ ਤਾਰ ਦੇਊਗਾ। ਸਾਧ ਸੰਗ ਜੀ ਤਾਰ ਦੇਊਗਾ। ਸਾਧ ਸੰਗ ਜੀ ਤਾਰ ਦੇਊਗਾ। ਸਾਧ ਸੰਗ ਜੀ ਤਾਰ ਦਿਓਗਾ। ਸਾਧ ਸੰਗ ਜੀ ਤੈਨੂੰ ਤਾਰ ਦਿਓਗਾ। ਸਾਧ ਸੰਗ ਜੀ ਤਾਰ ਦੇਊਗਾ। ਤੈਨੂੰ ਸਾਧ ਸੰਗ ਜੀ ਤਾਰ ਦੇਊਗਾ। ਸਾਧ ਸੰਗ ਜੀ ਤਾਰ ਦੇਊਗਾ। ਤੈਨੂੰ ਸਾਧ ਸੰਗ ਜੀ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰ ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦੇਊਗਾ। ਤੂੰ ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦੇਊਗਾ। ਨੂੰ ਡੋਬ ਦੁਖ ਸੰਗ ਮਨਾ ਮੇਰਿਆ ਸਾਧ ਸੰਗ ਤਾਰ ਦੇਊਗਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਕੋਈ ਸੰਗਤ ਮਿਲ ਜਾਂਦਾ ਭਾਈ, ਸੰਗਤ ਦੇ ਨਾਲ ਜੁੜ ਜਾਂਦਾ ਹੈ, ਉਹਦਾ ਜੀਵਨ ਸੌਖਾ ਹੋ ਜਾਂਦਾ ਹੈ, ਵਧੀਆ ਜੀਵਨ ਬਣ ਜਾਂਦਾ ਉਹਦਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਟ ਹਰਿਆ। ਜਿਹੜੇ ਸੰਗਤ ਵਿੱਚ ਨਹੀਂ ਮਿਲਦੇ, ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ, ਦੇਖ ਲਓ ਕੀ ਹਾਲ ਹੋਇਆ ਪਿਆ ਭਾਈ। ਮਾਨੋ ਕਿ ਕਿੰਨੇ ਛੋਟੀਆਂ ਛੋਟੀਆਂ ਉਮਰਾਂ ਨੇ, ਜੇ ਸੰਗਤ ਵਿੱਚੋਂ ਵਿਛੜ ਗਏ, ਟੁੱਟ ਗਏ, ਤਾਂ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ। ਦੇਖ ਕੇ ਤਰਸ ਆਉਂਦਾ ਉਹਨਾਂ ਵੱਲ ਵੀ ਕੀ ਜ਼ਿੰਦਗੀ ਕੀ ਕਰਨਗੇ ਗਾਹਾਂ ਇਹ। ਹੁਣ ਜਿਹਦਾ ਇੱਕ ਹੈ ਉਹਦਾ ਤਾਂ ਘਰ ਹੀ ਖਤਮ ਹੋ ਗਿਆ ਬਸ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਰੱਬ ਦੇ ਪਿਆਰਿਆਂ ਦੀ ਚੰਗੀ ਸੰਗਤ ਬੰਦੇ ਨੂੰ ਚੰਗਾ ਬਣਾਉਂਦੀ ਹੈ। ਜਦੋਂ ਮਾੜੀ ਟਾਹਣੀ ਤੇ ਲੱਗ ਜਾਂਦਾ, ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਲੋਕ ਪ੍ਰਲੋਕ ਇੱਥੇ ਵੀ ਦੁਖੀ ਤੇ ਗਾਹਾਂ ਤਾਂ ਦੁਖੀ ਹੋਣੀ ਹੋਣਾ। ਇਸ ਕਰਕੇ ਰੱਬ ਦੇ ਪਿਆਰੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਦੇ ਲੋਕ ਪ੍ਰਲੋਕ ਦੇ ਸਹਾਈ ਨੇ। ਜਿਹੜਾ ਕਿ ਉਹਦਾ ਨਾਲ ਮਿਲਦਾ ਨਾ, ਉਹਦਾ ਲੋਕ ਪ੍ਰਲੋਕ ਸਵਾਰ ਦਿੰਦੇ ਨੇ। ਜਿਵੇਂ ਇੱਕ ਵਾਰ ਦਾ ਜ਼ਿਕਰ ਆਉਂਦਾ ਹੈ, ਕਹਿੰਦੇ ਇੱਕ ਭਗਤ ਜੱਲੜ ਜੀ ਹੋਏ ਹੈ ਸਿੱਧੂ ਗੋਤ ਵਿੱਚੋਂ, ਜੀਵੀਦਾਰ ਘਰਾਣੇ ਵਿੱਚ, ਜੋ ਬਚਪਨ ਤੋਂ ਹੀ ਭਗਤੀ ਭਾਵ ਵਾਲੇ, ਬਹੁਤ ਪਰਮੇਸ਼ਰ ਨੂੰ ਚੇਤੇ ਕਰਨ ਵਾਲੇ ਆ। ਕਹਿੰਦੇ ਸੰਤ ਸੇਵੀ ਨੇ, ਸੇਵਾ ਕਰਦੇ ਨੇ ਰੱਬ ਦੇ ਪਿਆਰਿਆਂ ਦੀ, ਪਰ ਜਿਹੜੀ ਆਤਮਾ ਦੀ ਤ੍ਰਿਪਤੀ ਉਹ ਨਹੀਂ ਹੋਈ। ਇਹ ਤ੍ਰਿਪਤੀ ਦੇ ਵਿੱਚ
ਕਹਿੰਦੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਿਲਾਪ ਹੋਏ, ਸੰਗਤ ਹੋਈ ਉਹਨਾਂ ਦੀ, ਗੁਰੂ ਪਾਤਸ਼ਾਹ ਦੀ ਨਦਰ ਸਵੱਲੀ ਹੋਈ, ਮਿਹਰਾਂ ਹੋਈਆਂ। ਜਿਵੇਂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਨਾਨਕ ਨਦਰੀ ਨਦਰ ਨਿਹਾਲ। ਪੂਰਿਆਂ ਦੀ ਨਦਰ ਹੋ ਗਈ, ਪੂਰੇ ਬਣਾ ਦਿੱਤੇ। ਮਾਨੋ ਕਿ ਪੂਰੀ ਪਦਵੀ ਤੇ ਪਹੁੰਚ ਗਏ, ਪੂਰੇ ਨਾਮ ਰਸੀਏ, ਆਤਮ ਰਸੀਏ, ਰੱਬ ਦੇ ਪਿਆਰੇ, ਕਮਾਈ ਕਰਨ ਵਾਲੇ ਕਹਿੰਦੇ ਬਹੁਤ। ਜਿੱਥੇ ਕਹਿੰਦੇ ਭਗਤ ਨੇ, ਗ੍ਰਸਤੀ ਭਗਤ ਕਿਰਤੀ ਵੀ ਨੇ, ਆਪਣੀ ਹੱਥਾਂ ਦੀ ਕਿਰਤ ਕਰਨੀ ਤੇ ਪਰਮੇਸ਼ਰ ਨੂੰ ਚੇਤੇ ਕਰਨਾ। ਜਿਵੇਂ ਭਗਤ ਨਾਮਦੇਵ ਜੀ ਪ੍ਰਮਾਣ ਕਰਦੇ ਆ, ਕਵੀ ਨਾਮਦੇਵ ਜੀ ਪ੍ਰਮਾਣ ਕਰਦੇ ਨੇ, ਕਹਿੰਦੇ ਹਾਥ ਪਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਆਪਣੀ ਕਿਰਤ ਬਿਰਤ ਕਰਨੀ ਤੇ ਜੇਬਾਂ ਦੇ ਨਾਲ, ਮਨ ਦੇ ਨਾਲ ਪਰਮੇਸ਼ਰ ਨੂੰ ਹਰ ਵਕਤ ਚੇਤੇ ਕਰਨਾ। ਜਿੱਥੇ ਭਗਤ ਨੇ ਉੱਥੇ ਵੱਡੇ ਤਿਆਗੀ ਵਿਰਾਗੀ ਵੀ ਨੇ, ਵਿਰਾਗ ਦੇ ਵਿੱਚ ਵੀ ਰਹਿੰਦੇ ਐ। ਜਿਹੜੇ ਕਹਿੰਦੇ ਇਹਨਾਂ ਨੂੰ ਜੀਵਨ ਸਾਥੀ ਮਿਲੇ, ਮਾਨੋ ਇਹਨਾਂ ਦੇ ਘਰੋਂ ਉਹ ਵੀ ਉਹਨਾਂ ਦਾ ਸੁਭਾਅ ਨਾਲ ਮਿਲਦਾ ਸੀ, ਉਹ ਵੀ ਭਗਤੀ ਭਾਵ ਵਾਲੇ, ਜਿਹਦਾ ਨਾਮ ਇਤਿਹਾਸ ਵਿੱਚ ਰਾਮ ਕੀ ਆਇਆ। ਇਹਨਾਂ ਦੋਹਾਂ ਦਾ ਆਪਸ ਵਿੱਚ ਸੁਭਾਅ ਮਿਲਦਾ ਸੀ, ਦੋਹੇ ਭਗਤੀ ਭਾਵ ਵਾਲੇ। ਇਹਨਾਂ ਦਾ ਜਿਹੜਾ ਜੀਵਨ ਸੀ ਕਹਿੰਦੇ ਬੜੀ ਸੁੱਖਾਂ ਦੇ ਨਾਲ ਭਰਪੂਰ ਲਵਾ ਕਿਉਂਕਿ ਜਿੱਥੇ ਕਹਿੰਦੇ 6 ਗੁਣ ਮਿਲ ਜਾਣ ਨਾ, ਉਹ ਜੀਵਨ ਬੜਾ ਸੌਖਾ ਹੋਇਆ ਕਰਦਾ। ਆਸਾ ਉਪਾਸਨਾ, ਆਸਾ ਇਸ਼ਟ ਉਪਾਸਨਾ, ਖਾਨ ਪਾਨ ਪਹਿਰਾਨ, ਤੁਲਖੀ ਤੁਲਸੀ ਜਿਨ ਕੇ ਖੱਟ ਮਿਲੇ, ਸੋਈ ਮਿਲਿਆ ਜਾਣ। ਆਸਾ ਉਪਾਸਨਾ, ਗੁਰੂ, ਆਪਣਾ ਖਾਣਾ ਪੀਣਾ ਤੇ ਪਹਿਨਣਾ ਜੋ ਮਿਲ ਜਾਵੇ, 3-6 ਗੁਣ ਮਿਲ ਜਾਣ ਆਪਣੇ ਜੀਵਨ ਦੇ ਵਿੱਚ। ਫਿਰ ਕਹਿੰਦੇ ਮਾਨੋ ਕਿ ਅਸਲੀ ਮਿਲੇ ਨੇ, ਅਸਲੀ ਮਿਲਾਪ ਆ ਉਹਨਾਂ ਦਾ। ਜਿੱਥੇ ਇਹ ਭਾਵ ਕਿ ਆਪਣਾ ਸੁਭਾਅ ਨਾ ਮਿਲੇ, ਆਪਣੀ ਪੂਜਾ ਨਾ ਮਿਲੇ, ਗੁਰੂ ਆਦਿਕ ਨਾ ਮਿਲੇ, ਖਾਣ ਪੀਣ ਆਪਣਾ ਹੋਰ ਹੈ, ਫਿਰ ਉੱਥੇ ਲੜਾਈ ਝਗੜੇ ਹੁੰਦੇ ਨੇ ਨਾ। ਹੁਣ ਜਿਹੜਾ ਭਗਤ ਜੱਲਣ ਜੀ ਤੇ ਮਾਤਾ ਰਾਮਕੀ ਜੀ ਨੇ, ਇਹਨਾਂ ਦਾ ਭਾਵ ਕਿ 6 ਗੁਣ ਮਿਲਦੇ ਨੇ, ਬੜਾ ਇਹਨਾਂ ਦਾ ਜੀਵਨ ਖੁਸ਼ਹਾਲੀ ਹੈ, ਆਪਣੀ ਕਿਰਤ ਕਰਦੇ ਹੈ। ਕਹਿੰਦੇ ਇੱਕ ਸਰਕਾਰੀ ਕਰਮਚਾਰੀ ਜਿਹੜਾ ਮਾਮਲਾ ਗਰਾਉਣ ਵਾਸਤੇ ਆਇਆ ਕਰਦਾ ਸੀਗਾ, 6 ਮਹੀਨੇ ਬਾਅਦ ਆਉਣਾ, ਜਦੋਂ ਵੀ ਆਉਣਾ, ਕਹਿੰਦੇ ਇਹਨਾਂ ਦੀ ਕਰਨੀ ਤੋਂ, ਰਹਿਣੀ ਬਹਿਣੀ ਤੋਂ ਦੇਖ ਕੇ ਉਹ ਬੜੇ ਪ੍ਰਭਾਵਿਤ ਹੋਏ। ਮਾਨੋ ਕਿ ਇਹਨਾਂ ਨਾਲ ਪ੍ਰੇਮ ਬਣ ਗਿਆ ਉਹਨਾਂ ਦਾ। ਜਦੋਂ ਵੀ ਮਿਲਦੇ, ਆਓ ਭਗਤ ਜੀ, ਪੈਰੀ ਹੱਥ ਲਾਉਣੇ, ਬੜਾ ਸਤਿਕਾਰ ਕਰਨਾ ਉਹਨਾਂ ਦਾ। ਆਏ ਕਰਨ ਦੇ ਨਾਲ ਇਧਰੋਂ ਭਗਤਾਂ ਦੇ ਭਾਗ ਹੋਏ, ਭਗਤ ਜੀ ਦੀ ਉਹਨਾਂ ਦੇ ਉੱਤੇ ਕਿਰਪਾ ਹੋ ਗਈ। ਸਮਾਂ ਲੰਘਦਾ ਗਿਆ, ਲੰਘਦਾ ਗਿਆ। ਕਹਿੰਦੇ ਇੱਕ ਦਿਨ ਦਾ ਜ਼ਿਕਰ ਹੈ, ਗਰਮੀ ਦਾ ਮੌਸਮ ਹੈ, ਤੇ ਭਗਤ ਜੱਲਣ ਜੀ ਹਨ, ਜਿਹੜਾ ਆਪਣਾ ਮੰਜਾ ਨਾ ਉਹ ਕੋਠੇ ਤੇ ਡਾਹਿਆ ਹੋਇਆ, ਕੋਠੇ ਤੇ ਡਾਹਿਆ। ਜਿਹੜੇ ਉਹਨਾਂ ਦੇ ਘਰੋਂ ਰਾਮ ਕੀ ਅਚਾਨਕ ਹੀ ਹੱਥ ਜੋੜ ਕੇ ਚਰਨਾਂ ਵੱਲ ਖੜ ਗਈ, ਚਰਨਾਂ ਵੱਲ ਖੜ ਗਈ। ਜੱਲਣ ਜੀ ਪੁੱਛਦੇ, ਰਾਮ ਕੀ ਆਏ ਖੜਨ ਦਾ ਅੱਜ ਕੀ ਕਾਰਨ ਹੈ, ਆਏ ਖੜੀ ਹੈ? ਉਸ ਵੇਲੇ ਉਹ ਕਹਿਣ ਲੱਗੇ, ਕਹਿੰਦੇ ਸਵਾਮੀ ਜੀ, ਮੈਂ ਅੱਜ ਆਪਣੇ ਸਾਰੀ ਜੀਵਨ ਦੀਆਂ ਕਹਿੰਦੇ ਮਾਨੋ ਕਿ ਭੁੱਲਾਂ ਦੀ ਖਿਮਾ ਮੰਗਣ ਵਾਸਤੇ ਹਾਜ਼ਰ ਹੋਏ। ਜਿੰਨੇ ਮੇਰੇ ਤੋਂ ਗਲਤੀਆਂ ਹੋ ਗਈ ਜੀਵਨ ਦੇ ਵਿੱਚ, ਮੈਨੂੰ ਖਿਮਾ ਬਖਸ਼ਿਸ਼ ਕਰੋ। ਕਿਉਂਕਿ ਜਿਹੜੀ ਰਾਮਕੀ ਸੀਗੀ ਨਾ, ਉਹ ਧਰਮ ਪਤੀ ਵਰਤਾ ਔਰਤ ਸੀਗੀ, ਪਰਮੇਸ਼ਰ ਨੂੰ ਚੇਤੇ ਕਰਨ, ਰੱਬ ਦੇ ਗੁਣ ਗਾਉਣ ਵਾਲੀ ਸੀਗੀ। ਜੱਲਣ ਜੀ ਕਹਿਣ ਲੱਗੇ, ਰਾਮਕੀ ਮੈਂ ਹੈਰਾਨ ਆ ਤੇਰੇ ਤੇ। ਜਿੱਥੇ ਕਹਿੰਦੇ ਕਲਯੁਗ ਦੀਆਂ ਔਰਤਾਂ ਗਲਤੀ ਕਰਕੇ ਗਲਤੀ ਨਹੀਂ ਮੰਨਦੀਆਂ, ਤੇ ਤਾਂ ਕੋਈ ਗਲਤੀ ਕੀਤੀ ਤੇਰੇ ਜੀਵਨ ਦੇ ਵਿੱਚ ਮੈਂ ਕਦੇ ਕੋਈ ਗਲਤੀ ਨਹੀਂ ਦੇਖੀ, ਕਦੇ ਵੀ ਕੋਈ ਐਸੀ ਊਣਤਾਈ ਨਹੀਂ ਦੇਖੀ। ਫਿਰ ਮੈਂ ਤੇਰੇ ਨਾਲ ਕੋਈ ਗੁੱਸੇ ਗਿਲੇ ਨਾਰਾਜ਼ ਵੀ ਨਹੀਂਗਾ।
ਅਚਾਨਕ ਗਲਤੀ ਮੰਨਣ ਦਾ ਕੀ ਕਾਰਨ ਹੈ? ਰਾਮਕੀ ਜੀ ਕਹਿਣ ਲੱਗੇ, ਸਵਾਮੀ ਜੀ ਕਹਿੰਦੇ ਮੇਰੇ ਬਾਕੀ ਜਿਹੜੇ ਸਵਾਸ ਨੇ ਬਾਕੀ ਥੋੜੇ ਰਹਿ ਗਏ, ਮੈਨੂੰ ਆਗਿਆ ਦੇ ਦਿਓ, ਮੈਂ ਬੈਕੁੰਠ ਧਾਮ ਨੂੰ ਜਾਵਾਂ। ਦੇਖ ਲਓ, ਇਹ ਨਾਮ ਦੀ ਕਮਾਈ ਦੇ ਫਲ ਨੇ, ਇਹ ਨਾਮ ਕਮਾਈ ਦੀ ਮਹਿਮਾ ਹੈ। ਉਸ ਵੇਲੇ ਭਗਤ ਜੀ ਕਹਿੰਦੇ ਕੁਦਰਤੀ ਜਿਹੜਾ ਉਹ ਕਰਮਚਾਰੀ ਸਰਕਾਰੀ ਸੀਗਾ ਨਾ, ਉਹਦਾ ਵੀ ਸਮਾਂ ਆ ਗਿਆ। ਜੋ ਉਪਜਿਓ ਸੋ ਵਿਨ ਸਹਿ ਪਰੋ ਅੱਜ ਕੇ ਕਾਲ। ਉਹਦੀ ਆਤਮਾ ਵੀ ਕਹਿੰਦੇ ਜੋਦਾ ਕਰਕੇ ਜੰਮ ਕੁੱਟਦੇ ਮਾਰਦੇ ਲਈ ਜਾਂਦੇ ਸੀਗੇ, ਕਿਉਂਕਿ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪੌਰ ਸਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀ ਹੈ ਵਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੇ ਪਾਉਂਦੀ ਹੁਣ ਸੁਣੀਐ, ਕਿਆ ਰਵਾਇਆ ਮਨ ਅੰਧੇ ਜਨਮ ਗਵਾਇਆ, ਜਾ ਤੋਂ ਖੱਟਣ ਵੇਲ ਤਾ ਤੂੰ ਰਸਤਾ ਦੋਨੇ ਸਿਉ। ਭਗਤ ਜੀ ਦੇ ਵਚਨ ਨੇ, ਜਦ ਆਪਣੀ ਖੱਟੀ ਕਮਾਈ ਕਰਨ ਦਾ ਕੋਈ ਸਮਾਂ ਹੁੰਦਾ ਨਾ, ਉਸ ਵੇਲੇ ਆਪਣੀ ਜਿਹੜੀ ਬਿਰਤੀ ਆਪਣਾ ਮਨ ਹੈ ਉਹ ਦੁਨਿਆਵੀ ਧੰਦਿਆਂ ਕਾਰਾਂ ਵਿੱਚ ਫਸੀ ਪਈ ਹੁੰਦੀ ਹੈ, ਦਿਨ ਰਾਤ ਖਚਤ ਹੁੰਦੀ ਹੈ। ਮੈਂ ਹਰੇਕ ਨੂੰ ਬੇਨਤੀ ਕਰਦਾ ਭਾਈ, ਜਿੱਥੇ ਆਪਾਂ 24 ਘੰਟੇ ਇੰਨੇ ਕੰਮ ਕਰਦੇ ਆ, ਇੱਕ ਜਿਹੜਾ ਪਰਮੇਸ਼ਰ ਦਾ ਨਾਮ, ਇਹਨੂੰ ਵੀ ਕੰਮ ਸਮਝ ਲਿਆ ਕਰੋ ਵੀ ਜਿੱਥੇ ਅਸੀਂ 24 ਘੰਟੇ ਆਪਣੀ ਉਪਜੀਵਕਾ ਵਾਸਤੇ ਧੰਦੇ ਤਿਉਹਾਰ ਕਰਦੇ ਆ, ਉੱਥੇ ਆਪਣੇ ਭਲੇ ਵਾਸਤੇ ਅੱਧਾ ਘੰਟਾ ਨਾਮ ਜਪ ਲਿਆ ਕਰੀਏ। ਆਪਾਂ ਅੱਧਾ ਘੰਟਾ ਨਾਮ ਜਪ ਲਈ ਆਪਣੇ ਭਲੇ ਵਾਸਤੇ ਜੀ, ਬਹੁਤਾ ਨਹੀਂ। ਭਗਤ ਜੀ ਕਹਿੰਦੇ ਕਬੀਰ ਏ ਘੜੀ ਆਦੀ ਘੜੀ ਆਦੀ ਹੁੰਤੇ ਆਦ, ਭਗਤ ਨੇ ਛੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਜੀ, ਬਹੁਤਾ ਨਹੀਂ ਹੈ। ਤਾਂ ਕਹਿੰਦੇ 24 ਘੰਟਿਆਂ ਦੇ ਵਿੱਚ ਅੱਧਾ ਘੰਟੇ ਨਾਮ ਜਪ ਲਿਆ ਕਰੋ, ਇਹ ਨਹੀਂ ਤੇਰਾ ਬੇੜਾ ਪਾਰ ਕਰ ਦੇਣਾ ਹੈ। ਇਸ ਕਰਕੇ ਜਿਹੜਾ ਕਹਿੰਦੇ ਉਹ ਕਰਮਚਾਰੀ ਹਨ, ਉਹਨੂੰ ਫੜੀ ਜਾਂਦੇ ਨੇ। ਗਾਲ ਪੈ ਜੋ ਸੰਗਲਾਂ ਦੀ ਵਈ ਮਾਲਾ, ਵੱਡੇ ਵੱਡੇ ਦੂਨੀਦਾਰਾਂ ਦੇ, ਪੈ ਜੋ ਸੰਗਲਾਂ ਦੀ ਉਹ ਮਾਲਾ, ਵੱਡੇ ਵੱਡੇ ਦੂਨੀਦਾਰਾਂ ਦੇ। ਪੈ ਜੂ ਸੰਗਲਾਂ ਦੀ ਮਾਲਾ, ਵੱਡੇ ਵੱਡੇ ਦੁਨੀਦਾਰਾਂ ਦੇ, ਗਲ ਪੈ ਜੂ ਸੰਗਲਾਂ ਦੀ ਮਾਲਾ, ਵੱਡੇ ਵੱਡੇ ਦੁਨੀਦਾਰਾਂ ਦੇ। ਸੰਗਲਾਂ ਦੀ ਮਾਲਾ, ਵੱਡੇ ਵੱਡੇ ਦੁਨੀਦਾਰਾਂ ਦੇ। ਪੈ ਜੋ ਸੰਗਲਾਂ ਦੀ ਮਾਲਾ, ਵੱਡੇ ਵੱਡੇ ਦੁਨੀਦਾਰਾਂ ਦੇ, ਪੈ ਜੋ ਸੰਗਲਾਂ ਦੀ ਉਹ ਮਾਲਾ, ਵੱਡੇ ਵੱਡੇ ਦੁਨੀਦਾਰਾਂ ਦੇ। ਪੈ ਜੂ ਸੰਗਲਾਂ ਦੀ ਮਾਲਾ, ਵੱਡੇ ਵੱਡੇ ਦੁਨੀਦਾਰਾਂ ਦੇ, ਪੈ ਜੂ ਸੰਗਲਾਂ ਦੀ ਮਾਲਾ, ਵੱਡੇ ਵੱਡੇ ਦੁਨੀਦਾਰਾਂ ਦੇ। ਸੰਗਲਾਂ ਦੀ ਮਾਲਾ, ਵੱਡੇ ਵੱਡੇ ਦੁਨੀਦਾਰਾਂ ਦੇ। ਵੱਡੇ ਵੱਡੇ ਜੀ ਦੁਨੀਦਾਰਾਂ ਦੇ, ਵੱਡੇ ਵੱਡੇ ਜੀ ਦੁਨੀਦਾਰਾਂ ਦੇ। ਵੱਡੇ ਵੱਡੇ ਜੀ ਦੁਨੀਦਾਰਾਂ ਦੇ।
ਵੱਡੇ ਜੀ ਦੁਨੀਦਾਰਾਂ ਦੇ ਵੱਡੇ ਵੱਡੇ ਜੀ ਦੁਨੀਦਾਰਾਂ ਦੇ ਵੱਡੇ ਵੱਡੇ ਜੀ ਦੁਨੀਦਾਰਾਂ ਦੇ ਵੱਡੇ ਵੱਡੇ ਜੀ ਦੁਨੀਦਾਰਾਂ ਦੇ ਉਹ ਵੱਡੇ ਵੱਡੇ ਜੀ ਦੁਨੀਦਾਰਾਂ ਦੇ ਜੋ ਸੰਗਲਾਂ ਦੀ ਮਾਲਾ ਵੱਡੇ ਵੱਡੇ ਦੁਨੀਦਾਰਾਂ ਦੇ ਪਏ ਜੋ ਸੰਗਲਾਂ ਦੀ ਮਾਲਾ ਵੱਡੇ ਵੱਡੇ ਦੁਨੀਦਾਰਾਂ ਦੇ ਪੈਜੂ ਸੰਗਲਾਂ ਦੀ ਮਾਲਾ ਵੱਡੇ ਵੱਡੇ ਦੁਨੀ ਗਲ ਪੈਜੂ ਸੰਗਲਾਂ ਦੀ ਮਾਲਾ ਇਹ ਵੱਡੇ ਦੁਨੀਦਾਰਾਂ ਦੇ ਪੈਜੂ ਸੰਗਲਾਂ ਦੀ ਮਾਲਾ ਤੇ ਵੱਡੇ ਦੁਨੀਦਾਰਾਂ ਦੇ ਇਸ ਕਰਕੇ ਜਿਹੜੇ ਕਹਿੰਦੇ ਭਾਵ ਕੇ ਪਕੜਿਆ ਕੁੱਟਦੇ ਮਾਰਦੇ ਜਾਂਦੇ ਤੇ ਕੁਦਰਤ ਕਹਿੰਦੇ ਭਗਤ ਜੀ ਦਾ ਉਧਰ ਧਿਆਨ ਹੋ ਗਿਆ ਦੇਖਿਆ ਮਨ ਵਿੱਚ ਦਇਆ ਆ ਗਈ ਇਹ ਤਾਂ ਉਹੀ ਕਰਮਚਾਰੀ ਦੀ ਆਤਮਾ ਹੈ ਇਧਰੋਂ ਜੀਵਨ ਸਾਥੀ ਵਿਛੜ ਰਿਹਾ ਕੋਈ ਮਨ ਤੇ ਆਸਰ ਨਹੀਂ ਦੁੱਖ ਸੁੱਖ ਦੇ ਵਿੱਚ ਇੱਕ ਸਮਾਨ ਵਿਰਤੀ ਹੋ ਗਈ ਉਸ ਵੇਲੇ ਕਹਿਣ ਲੱਗੇ ਰਾਮ ਕੀ ਜਿੱਥੇ ਤੂੰ ਮੇਰੀ ਸਾਰੀ ਜ਼ਿੰਦਗੀ ਭਾਵ ਕੇ ਆਗਿਆ ਦੀ ਪਾਲਣਾ ਕਰਦੀ ਰਹੀ ਹੈ ਨਾ ਆ ਜਾਂਦੀ ਹੋਈ ਵੀ ਇੱਕ ਪਰਉਪਕਾਰ ਦਾ ਕੰਮ ਕਰਨਾ ਕਹਿੰਦੇ ਸੱਚਖੰਡ ਜਾਣ ਤੋਂ ਪਹਿਲਾਂ ਧਰਮਰਾਜ ਦੀ ਕਚਹਿਰੀ ਵਿੱਚ ਜਾਣਾ ਮੇਰੇ ਵੱਲੋਂ ਕਹਿ ਦੇਣਾ ਵੀ ਜਿਹੜੀ ਆ ਸਰਕਾਰੀ ਕਰਮਚਾਰੀ ਦੀ ਆਤਮਾ ਲਿਆਂਦੀ ਹੈ ਨਾ ਇਹ ਭਗਤ ਜਲਨ ਨੂੰ ਜੀ ਕਹਿ ਕੇ ਬੁਲਾਉਂਦੀ ਹੁੰਦੀ ਸੀਗੀ ਜੀ ਕਹਿ ਕੇ ਬੁਲਾਉਂਦੀ ਸੀ ਇਹਦਾ ਜਿਹੜਾ ਲੇਖਾ ਜੋਖਾ ਨਾ ਉਹ ਸੋਚ ਸਮਝ ਕੇ ਕਰਨਾ ਐਸਾ ਭਾਵ ਕਿ ਸਨੇਹਾ ਭਗਤ ਜੀ ਆਪਣੇ ਘਰੋਂ ਰਾਮ ਕੀ ਨੂੰ ਕਹਿ ਰਹੇ ਨੇ ਜਾ ਕੇ ਕਹਿਦੀ ਮੇਰੇ ਵੱਲੋਂ ਦੇਖ ਲਓ ਕਿੱਡੀ ਬੜੀ ਤਾਕਤ ਹੋਊਗੀ ਹੁਣ ਉਸ ਵੇਲੇ ਇੱਕ ਮੇਰਾ ਵੀ ਸਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਮੇਰਾ ਵੀ ਸਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਮੇਰਾ ਵੀ ਸਨੇਹਾ ਲੈ ਜੀ ਬਈ ਸੱਚਖੰਡ ਜਾਣ ਵਾਲਿਆ ਓ ਮੇਰਾ ਵੀ ਸਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਸੱਚਖੰਡ ਜਾਣ ਵਾਲਿਆ ਸੱਚਖੰਡ ਜਾਣ ਵਾਲਿਆ ਮੇਰਾ ਵੀ ਸੁਨੇਹਾ ਇੱਕ ਲੈ ਜੀ ਸੱਚਖੰਡ ਜਾਣ ਵਾਲਿਆ ਮੇਰਾ ਵੀ ਸੁਨੇਹਾ ਇੱਕ ਲੈ ਜੀ ਸੱਚਖੰਡ ਜਾਣ ਵਾਲਿਆ ਮੇਰਾ ਵੀ ਸੁਨੇਹਾ ਲੈ ਜੀ ਬਈ ਸੱਚਖੰਡ ਜਾਣ ਵਾਲਿਆ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ
ਜਾਣ ਵਾਲਿਆ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਇੱਕ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਸੱਚਖੰਡ ਜੀ ਜਾਣ ਵਾਲਿਆ ਸੱਚਖੰਡ ਨੂੰ ਜਾਣ ਵਾਲਿਆ ਓ ਸੱਚਖੰਡ ਜੀ ਜਾਣ ਵਾਲਿਆ ਓ ਸੱਚਖੰਡ ਜੀ ਜਾਣ ਵਾਲਿਆ ਸੱਚਖੰਡ ਜੀ ਜਾਣ ਵਾਲਿਆ ਸੱਚਖੰਡ ਜੀ ਜਾਣ ਵਾਲਿਆ ਇੱਕ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਓ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਇੱਕ ਮੇਰਾ ਵੀ ਸੁਨੇਹਾ ਲੈ ਜੀ ਸੱਚਖੰਡ ਜਾਣ ਵਾਲਿਆ ਇਸ ਕਰਕੇ ਕਹਿੰਦੇ ਜਾਣ ਲੱਗੀ ਭਗਤ ਜੀ ਆ ਕਹਿੰਦੇ ਮੇਰਾ ਸੁਨੇਹਾ ਲੈ ਕੇ ਜਾਈ ਇੱਕ ਤੇ ਧਰਮਰਾਜ ਨੂੰ ਮੇਰੇ ਵੱਲੋਂ ਕਹਿ ਦਿਓ ਵੀ ਜਿਹੜਾ ਸਰਕਾਰੀ ਕਰਮਚਾਰੀ ਦੀ ਆਤਮਾ ਇਹ ਭਗਤ ਨੂੰ ਜੀ ਕਹਿ ਕੇ ਬੁਲਾਉਂਦੀ ਸੀਗੀ ਹੁਣ ਜਾਵਾਂ ਕਿ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਜਦੋਂ ਕਹਿੰਦੇ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚੇ ਨੇ ਪਤਾ ਲੱਗਿਆ ਧਰਮਰਾਜ ਨੂੰ ਬੜਾ ਸਤਿਕਾਰ ਕੀਤਾ ਕਿਉਂਕਿ ਧਰਮ ਹੈ ਜਿਹੜਾ ਜੈਸਾ ਕੋਈ ਜਾਂਦਾ ਹੈ ਹੁਣ ਧਰਮਰਾਜ ਨੂੰ ਪਤਾ ਹੈ ਨਾਮ ਰਸੀਏ ਨੇ ਉਸ ਵੇਲੇ ਬਹੁਤ ਸਵਾਗਤ ਕੀਤਾ ਬੜਾ ਆਭਗਤ ਕੀਤੀ ਜਿਵੇਂ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਹੋ ਭਵਨ ਪਨੀਤ ਜਿਹੜਾ ਕੋਈ ਨਾਮ ਦੀ ਕਮਾਈ ਕਰਦਾ ਹੈ ਉਹਨੂੰ ਧਰਮ ਰਾਜਾ ਤਾਂ ਕੀ ਜਿੰਨੇ 33 ਕਰੋੜ ਦੇਵਤੇ ਨੇ ਉਹ ਫੁੱਲ ਵਰਸਾਉਂਦੇ ਆ ਸਾਧ ਕੈ ਸੰਗ ਸੋਭਾ ਸੁਰ ਦੇਵਾ ਹੁਣ ਉਸ ਵੇਲੇ ਪੁੱਛਿਆ ਕਹਿੰਦੇ ਕਿਦਾ ਹੁਣ ਤਾਂ ਬਹੁਤ ਵੱਡੀ ਕਿਰਪਾ ਕੀਤੀ ਕਿ ਜਿਹੜੀ ਆਤਮਾ ਨਾ ਇਹ ਸਾਰਿਆਂ ਦੀ ਇੱਕੋ ਹੀ ਹੈ ਭਾਵੇਂ ਕੋਈ ਬੰਦਾ ਹੈ ਭਾਵੇਂ ਇਸਤਰੀ ਹੈ ਸਾਰਿਆਂ ਵਿੱਚ ਇੱਕ ਹੀ ਬੋਲਦਾ ਆਤਮਾ ਸਾਰਿਆਂ ਦੀ ਇੱਕ ਹੀ ਹੈ ਹੁਣ ਕਹਿਣ ਲੱਗੇ ਕਹਿੰਦੇ ਇੱਥੇ ਆਉਣ ਦੀ ਆਪ ਨੂੰ ਕੀ ਖੇਚਲ ਸੀ ਦੱਸੋ ਕੀ ਸੇਵਾ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਕਰਮਚਾਰੀ ਦੇ ਸੁਭਾਵ ਕਿ ਤੁਹਾਨੇ ਆਤਮਾ ਆਈ ਹੈ ਇਹ ਭਗਤ ਜੱਲਣ ਜੀ ਕਹਿ ਕੇ ਬੁਲਾਉਂਦੀ ਸੀ ਬਸ ਉਹਨਾਂ ਦਾ ਤੁਹਾਡੇ ਪ੍ਰਤੀ ਸਨੇਹ ਹੈ ਵੀ ਇਹਨਾਂ ਦਾ ਲੇਖਾ ਜੋਖਾ ਦੇਖ ਕੇ ਕਰਨਾ ਇੰਨੀ ਕਹਿਣ ਦੀ ਦੇਰ ਸੀ ਕਹਿੰਦੇ ਉਸ ਵੇਲੇ ਸਾਰਾ ਲੇਖਾ ਮਾਫ ਕਰ ਦਿੱਤਾ ਸੀਗਾ ਮਾਫ ਕਰ ਦਿੱਤਾ ਸੀਗਾ ਮਾਨੋ ਕਿ ਸੱਚਖੰਡ ਭੇਜ ਦਿੱਤਾ ਉਸ ਵੇਲੇ ਕਹਿੰਦੇ ਮਾਤਾ ਰਾਮਕੀ ਜੀ ਸੋਚਿਆ ਵੀ ਮੈਂ ਸੱਚਖੰਡ ਤੋਂ ਬਾਅਦ ਜਾਊਂਗੀ ਪਹਿਲਾਂ ਦੱਸ ਕੇ ਆਵਾਂ ਵੀ ਜਿਹੜੇ ਸੁਹਾਨੇ ਕਿਹਾ ਸੀ ਉਹ ਧਰਮਰਾਜ ਨੇ ਮੰਨ ਲਿਆ ਆ ਗਏ ਸੀ ਫੇਰ ਵਾਪਸ ਕਹਿੰਦੇ ਉਸ ਵੇਲੇ ਜਿਹੜੇ ਹੋਰ ਆਂਢ ਗੁਆਂਢ ਦੇ ਸੀਗੇ ਸਾਰੇ ਅਫਸੋਸ ਕਰਨ ਬੈਠੇ ਸਾਰੇ ਖੁਸ਼ ਹੋ ਗਏ ਤੇ ਭਗਤ ਜੱਲਣ ਜੀ ਗੁੱਸੇ ਸੀਗੇ ਕਹਿੰਦੇ ਇਹ ਕਿਉਂ ਰੱਬ ਦੀ ਰਜ਼ਾ ਦੇ ਵਿੱਚ ਐਸਾ ਨਹੀਂ ਕਰਨਾ ਕਹਿਣ ਲੱਗੀ ਭਗਤ ਜੀ ਮੈਂ ਤੁਹਾਨੂੰ ਦੱਸਣ ਆਈ ਸੀ ਵੀ ਤੁਹਾਡਾ ਜਿਹੜਾ ਸੁਨੇਹਾ ਸੀ ਉਹ ਧਰਮਰਾਜ ਨੇ ਮੰਨ ਲਿਆ ਕਿਉਂਕਿ ਜੋ ਭਗਤ ਮੁਖੇ ਤੇ ਬੋਲਦੇ ਸੋ ਵਚਨ ਹਵੰਦੇ
ਜੋ ਵੀ ਬੋਲਦੇ ਨੇ ਇੱਥੇ ਤੇ ਲੋਕ ਦੇ ਪ੍ਰਲੋਕ ਦੇ ਵਿੱਚ ਉਹ ਵਚਨ ਪੂਰੇ ਹੁੰਦੇ ਐ। ਜਿਹੜੇ ਉਹ ਆਤਮਾ ਸੀ ਕਰਮਚਾਰੀ ਦੀ, ਜੇ ਕੀਤੇ ਸੁਭਾਵਿਕ ਕਿ ਉਹਨਾਂ ਦਾ ਮਿਲਾਪ ਨਾ ਹੁੰਦਾ ਪਿਆਰਿਓ, ਪਤਾ ਨਹੀਂ ਕਿੰਨੇ ਕੁ ਦੁੱਖ ਸਹਿਣੇ ਸੀਗੇ। ਜਿਵੇਂ ਭਗਤ ਕਬੀਰ ਜੀ ਫਰਮਾਨ ਕਰਦੇ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੇ ਮੋਹ ਮਿਲਿਓ ਤਿਨ ਲਿਓ ਅੰਚਲ ਲਾਏ। ਜਿਹੜੇ ਉਹਨਾਂ ਦੇ ਕਹਿੰਦੇ ਮਾਰ ਨਾ ਝੱਲੀ ਨਹੀਂ ਜਾਂਦੀ, ਪਰ ਉਹਦੀ ਆਤਮਾ ਬਾਰ-ਬਾਰ ਕੇ ਸੰਤਾਂ ਦਾ ਸ਼ੁਕਰ ਕਰ ਰਹੀ ਸੀਗੀ। ਮਾਰ ਜਮ ਚਲੀ ਨਾ ਕੀ ਜਾਣੀ, ਚਲੀ ਨਾ ਸੀ ਜਾਣੀ, ਕਾਇਆ ਮੈਨੂੰ ਸਾਧੂਆਂ ਨੇ। ਜਮਾਂ ਦੀ ਚਲੀ ਨਾ ਕੀ ਜਾਣੀ, ਕਾਇਆ ਮੈਨੂੰ ਸਾਧੂਆਂ ਨੇ। ਮਾਰ ਜਮਾਂ ਦੀ ਚੱਲੀ ਨਾ ਸੀ ਜਾਣੀ, ਬਚਾਇਆ ਮੈਨੂੰ ਸਾਧੂਆਂ ਨੇ। ਮਾਰ ਜਮਾਂ ਦੀ ਚੱਲੀ ਨਾ ਸੀ ਜਾਣੀ, ਬਚਾਇਆ ਮੈਨੂੰ ਸਾਧੂਆਂ ਨੇ। ਮਾਰ ਜਮਾਂ ਦੀ ਚਲੀ ਨਾ ਸੀ ਜਾਣੀ, ਬਚਾਇਆ ਮੈਨੂੰ ਸਾਧੂਆਂ ਨੇ। ਮਾਰ ਜਮਾਂ ਦੀ ਚਲੀ ਨਾ ਸੀ ਜਾਣੀ, ਬਚਾਇਆ ਮੈਨੂੰ ਸਾਧੂਆਂ ਨੇ। ਕਾਇਆ ਮੈਨੂੰ ਜੀ ਸਾਧੂਆਂ ਨੇ, ਕਾਇਆ ਮੈਨੂੰ ਜੀ ਸਾਧੂਆਂ ਨੇ। ਉਹ ਬਚਾਇਆ ਮੈਨੂੰ ਜੀ ਸਾਧੂਆਂ ਨੇ, ਉਹ ਬਚਾਇਆ ਮੈਨੂੰ ਜੀ ਸਾਧੂਆਂ ਨੇ। ਬਚਾਇਆ ਮੈਨੂੰ ਜੀ ਸਾਧੂਆਂ ਨੇ, ਉਹ ਬਚਾਇਆ ਮੈਨੂੰ ਜੀ ਸਾਧੂਆਂ ਨੇ। ਬਚਾਇਆ ਮੈਨੂੰ ਜੀ ਸਾਧੂਆਂ ਨੇ, ਬਚਾਇਆ ਮੈਨੂੰ ਜੀ ਸਾਧੂਆਂ ਨੇ। ਬਚਾਇਆ ਮੈਨੂੰ ਜੀ ਸਾਧੂਆਂ ਨੇ, ਉਹ ਬਚਾਇਆ ਮੈਨੂੰ ਜੀ ਸਾਧੂਆਂ ਨੇ। ਬਚਾਇਆ ਮੈਨੂੰ ਜੀ ਸਾਧੂਆਂ ਨੇ, ਬਚਾਇਆ ਮੈਨੂੰ ਜੀ ਸਾਧੂਆਂ ਨੇ। ਜਮਾਂ ਦੀ ਚਲੀ ਨਾ ਸੀ ਜਾਣੀ, ਚਲੀ ਨਾ ਸੀ ਜਾਣੀ, ਚਾਇਆ ਮੈਨੂੰ ਸਾਧੂਆਂ ਨੇ। ਜਮਾਂ ਦੀ ਚਲੀ ਨਾ ਸੀ ਜਾਣੀ, ਚਾਇਆ ਮੈਨੂੰ ਸਾਧੂਆਂ ਨੇ। ਜਮਾਂ ਦੀ ਚੱਲੀ ਨਾ ਸੀ ਜਾਣੀ, ਬਚਾਇਆ ਮੈਨੂੰ ਸਾਧੂਆਂ ਨੇ। ਮਾਰ ਜਮਾਂ ਦੀ ਚੱਲੀ ਨਾ ਸੀ ਜਾਣੀ, ਬਚਾਇਆ ਮੈਨੂੰ ਸਾਧੂਆਂ ਨੇ। ਜਮਾਂ ਦੀ ਚਲੀ ਨਾ ਸੀ ਜਾਣੀ, ਬਚਾਇਆ ਮੈਨੂੰ ਸਾਧੂਆਂ ਨੇ। ਮਾਰ ਜਮਾਂ ਦੀ ਚਲੀ ਨਾ ਸੀ ਜਾਣੀ, ਬਚਾਇਆ ਮੈਨੂੰ ਸਾਧੂਆਂ ਨੇ। ਇਸ ਕਰਕੇ ਕਹਿੰਦੇ ਭਗਤ ਜੀ ਦੇ ਬਚਨ, ਜੇ ਕਹਿੰਦੇ ਸਾਧੂ ਨਾ ਬਚਾਉਂਦੇ ਤਾਂ ਪਤਾ ਨਹੀਂ ਮੇਰਾ ਕੀ ਹੋਣਾ ਸੀਗਾ। ਤੁਧ ਸਲਾਹਨ ਤਿਨ ਤਨ ਭੱਲੇ ਨਾਨਕਾ ਤਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਿਹੜਾ ਕੋਈ ਜੀ ਕਹਿ ਕੇ ਰੱਬ ਦੇ ਪਿਆਰ ਨੂੰ ਬੁਲਾ ਲੈਂਦਾ ਸਤਿਕਾਰ ਦੇ ਨਾਲ, ਕਹਿੰਦੇ ਉਹਨਾਂ ਨੂੰ ਵੀ ਜਮਾਂ ਦੀ ਤਲਬ ਨਹੀਂ ਹੁੰਦੀ, ਬੁਲਾਟਾ ਨਹੀਂ ਹੁੰਦਾ। ਮਾਨੋ ਕਿ ਜਮ ਉਹਨਾਂ ਦੇ ਕੋਲ ਨਹੀਂ ਆ ਸਕਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੋ ਨਹਿ ਛੁਟੈ,
ਨਿਕਟ ਨਾ ਜਾਈਓ ਦੂਤ। ਜਿੱਥੇ ਪਰਮੇਸ਼ਰ ਦੇ ਪਿਆਰਿਆਂ ਦਾ ਪਹਿਰਾ ਨਾ, ਨਾਮ ਦਾ ਪਹਿਰਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਧਰਮਰਾਜ ਜੋਤਾਂ ਦੀ ਹਿੰਮਤ ਨਹੀਂ ਹੈ ਵੀ ਉੱਥੇ ਚਲੇ ਜਾਣ। ਇਹ ਜਿਹੜੀ ਸੰਗਤ ਹੈ, ਸੰਗਤ ਵਿੱਚੋਂ ਹੀ ਨਾਮ ਦਾ ਪਹਿਰਾ ਲੱਗਦਾ ਹੈ। ਜੇ ਸੰਗਤ ਵਿੱਚ ਆਪਾਂ ਨਹੀਂ ਆਏ, ਸੰਗਤ ਆਪਾਂ ਨਹੀਂ ਕੀਤੀ, ਤਾਂ ਆਪਾਂ ਨਾਮ ਦੇ ਜਪਣ ਵਾਲੇ ਨਹੀਂ ਬਣ ਸਕਦੇ। ਇੱਥੋਂ ਹੀ ਜਾਗ ਲੱਗਦਾ। ਜਿਹੜਾ ਨਾਮ ਦੇ ਸੰਗਤ ਵਿੱਚ ਆ ਜਾਂਦਾ, ਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੀ ਝੋਲੀ ਵਿੱਚ ਹੀ ਗੁਰੂ ਨਾਨਕ ਦੀ ਸਿੱਖੀ ਤੇ ਗੁਰੂ ਨਾਨਕ ਦੀ ਬਾਣੀ ਪੈ ਜਾਂਦੀ ਹੈ। ਸਤਿ ਸ੍ਰੀ ਅਕਾਲ। ਜਿਹਦੀ ਝੋਲੀ ਵਿੱਚ ਗੁਰੂ ਨਾਨਕ ਦੀ ਸਿੱਖੀ ਤੇ ਗੁਰੂ ਨਾਨਕ ਦੇ ਨਾਮ ਦਾ ਦਾਨ ਪੈ ਗਿਆ, ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਲੋਕ ਪਰਲੋਕ ਦੇ ਵਿੱਚ ਸਦਾ ਸੁਹੇਲੇ ਹੋ ਜਾਂਦੇ ਆ। ਭਾਈ ਆ ਜਿਹੜੇ ਪ੍ਰੋਗਰਾਮ ਨੇ ਨਾ, ਇਹ ਮਹਾਤਮਾ ਤਾਂ ਆਪਣਾ ਜੀਵਨ ਸਫਲ ਕਰਕੇ ਚਲੇ ਗਏ। ਉਹ ਤਾਂ ਮਨਾਓ ਨਾ ਮਨਾਓ, ਉਹਨਾਂ ਨੂੰ ਕੋਈ ਫਰਕ ਨਹੀਂ ਹੈ। ਇਹ ਤਾਂ ਆਪਣੇ ਭਲੇ ਵਾਸਤੇ ਆ। ਕੋਈ ਆਪਣਾ ਵੀ ਭਲਾ ਹੋ ਜਾਵੇ, ਕੋਈ ਹੋਰ ਵੀ ਜੁੜ ਜਾਵੇ, ਕੋਈ ਹੋਰ ਵੀ ਗੁਰੂ ਨਾਨਕ ਦੇ ਨਾਮ ਨਾਲ ਜੁੜ ਜਾਵੇ, ਉਹਦਾ ਭਲਾ ਹੋ ਜਾਵੇ। ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਇਹ ਪ੍ਰੋਗਰਾਮ, ਇਹ ਜੋੜ ਮੇਲੇ ਕਰਾਈਦੇ ਨੇ ਵੀ ਕਿਸੇ ਨਾ ਕਿਸੇ ਦਾ ਮਨ ਬਣ ਜਾਵੇ, ਕੋਈ ਨਾ ਕੋਈ ਰੱਬ ਦੇ ਨਾਲ ਜੁੜ ਜਾਵੇ। ਜਿਹੜਾ ਜੁੜ ਗਿਆ, ਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਹੀ ਜੀਵਨ ਸਫਲਾ ਹੋ ਜਾਣਾ ਹੈ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿੰਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚਿਓ, ਸਭ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ, ਆਪਣੇ ਦਰੋਂ ਘਰੋਂ ਨਾਮਦਾਨ, ਸਿੱਖੀ, ਭਰੋਸਾ ਦਾਨ ਬਖਸ਼ਿਸ਼ ਕਰੇ। ਤੇ ਸਰਦਾਰ ਬਲਬੀਰ ਸਿੰਘ ਤੇ ਨਰਧੀਰ ਸਿੰਘ ਇਹ ਹਰ ਸਾਲ ਹੀ ਮਹਾਂਪੁਰਖਾਂ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਸ੍ਰੀ ਅਖੰਡ ਪਾਠ ਸਾਹਿਬ ਤੇ ਸਮੂਹ ਭਾਵ ਕੇ ਲੰਗਰ ਦੀ ਜੋ ਸੇਵਾ ਹੈ ਇਹ ਇਹਨਾਂ ਭਾਈਆਂ ਦੀ ਹੁੰਦੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹਨਾਂ ਦੀ ਸੇਵਾ ਕੀਤੀ ਥਾਂ ਪਾਉਣ। ਦੂਜਾ ਜਿਹੜਾ ਅਖੰਡ ਪਾਠ ਹੈ, ਮਾਤਾ ਸਿੰਦਰ ਕੌਰ ਜੀ ਸਮੂਹ ਪਰਿਵਾਰ ਖੇੜੀਆਂ ਵੱਲੋਂ ਤੇ ਜੋ ਹੋਰ ਭਾਈ ਗੁਰੂ ਕੀ ਲੰਗਰਾਂ ਵਿੱਚ ਜਿਨ੍ਹਾਂ ਨੇ ਤਿਲ ਫੁੱਲ ਭੇਟਾ ਪਾਈ, ਸਭ ਦੀ ਗੁਰੂ ਪਾਤਸ਼ਾਹ ਜੀ ਦਰ ਪ੍ਰਵਾਨ ਕਰੇ। ਆਪਣੇ ਦਰੋਂ ਘਰੋਂ ਨਾਮਦਾਨ, ਸਿੱਖੀ, ਭਰੋਸਾ ਦਾਨ ਬਖਸ਼ਿਸ਼ ਕਰੇ। ਰਲ ਮਿਲ ਕੇ ਭੋਗ ਦਾ ਸਲੋਕ ਆਨੰਦ ਸਾਹਿਬ ਫਿਰ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਦੀ ਅਰਦਾਸ ਹੀ ਕਰਾਂਗੇ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰ ਕਾ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਦੋਤਾ ਗਾਵੋ ਹਰੀ, ਤੇਰਾ ਮਨ ਦਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਤਾਂ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਉਹ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ, ਸਚ ਨਾਮ ਆਧਾਰ ਮੇਰਾ। ਜਿਨ ਕਾ ਸਭ ਗਵਾਈਆਂ। ਗਾ ਸੰਤੋਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਤੋਂ, ਜਿਸ ਦੀ ਲਏ ਵਡਿਆਈਆਂ।
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਤੇ ਪਨਿਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਵੈਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਸਲੋਕ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈ ਨਾ ਬੁਰਿਆਈ ਨਾ ਬਾਚੈ ਕਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਠਾਕੁਰ ਤੁਮ ਕੋਏ ਨਾ ਜਾਣੈ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮੀ ਦਾਸ तुदे आगे अरदास हमारी जियो पिंड सब कहो नानक सब तेरी वड्याई कोई नाउ न जाने मेरा वाहिगुरु 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 साहिब जियो तिन्ने ताप निवारण हारा दुख हंता सुख रास ताको विघ्न न को लागै जाकी प्रभ आगे अरदास अरदास एक ओंकार श्री वाहिगुरु जी की फतेह। श्री भगवती जी सहाय वार श्री भगवती जी की पातशाही दसवें प्रथम भगवती सिमर कै गुरु नानक ली ध्याए फरंगत गुर ते अमरदास रामदासी होए सहाय अर्जन हर गोविंद नू सिमरो श्री हर राय श्री हर कृष्ण जी ध्याईए जिठे सब दुख जाए गुरु तेग बहादुर सिमरिए
ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਦਸ਼ਾ ਪਾਤਸ਼ਾਹਾਂ ਦੀ ਜਗ ਦੀ ਜੋਤ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ। ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲਣਾ ਜੀ। ਹੇ ਨਿਮਾਣਿਆਂ ਦੇ ਮਾਣ, ਸਤਿਗੁਰੂ ਨਿਤਾਣਿਆਂ ਦੇ ਤਾਣ, ਨਿਉਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ। ਧੰਨ 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 ਜਨ ਆਇਆ, ਜਿਸ ਪ੍ਰਸ਼ਾ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ ਦੇ ਮਹਾਂਵਾਕਾਂ ਅਨੁਸਾਰ। ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਜੀਆਂ ਤੋਂ ਬਰਸਾਏ। 108 ਸ਼੍ਰੀਮਾਨ ਸੰਤ ਬਾਬਾ ਨਾਰ ਸਿੰਘ ਜੀ ਮਹਾਰਾਜ ਜੀਆਂ ਦੇ ਚਰਨ ਸੇਵਕ। ਸ਼੍ਰੀਮਾਨ ਸੰਤ ਬਾਬਾ ਬੰਦ ਸਿੰਘ ਜੀ ਖੇੜੀ ਗੌੜੀਆਂ ਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ 12ਵੀਂ ਬਰਸੀ ਨੂੰ ਮੁੱਖ ਰੱਖਦਿਆਂ ਅਤੇ ਸੰਕਰਾਂਤ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਤਪ ਅਸਥਾਨਾਂ ਤੇ ਸਮੂਹ ਇਲਾਕੇ ਜੀ ਜੰਤ ਦੇ ਭਲੇ ਵਾਸਤੇ ਪਰਸੋਂ ਤੋਂ ਲੈ ਕੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਦੇ 2 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ ਅਤੇ 1 ਸ਼੍ਰੀ ਸਹਿਜ ਪਾਠ ਆਰੰਭ ਸੀ। ਆਪ ਜੀ ਦੀ ਮਹਾਨ ਕਿਰਪਾ ਹੋਈ ਸੱਚੇ ਪਾਤਸ਼ਾਹ ਜੀਓ। ਬਾਣੀ ਆਦਿ ਤੋਂ ਮੱਧ ਤੋਂ ਸੰਪੂਰਨ ਭੋਗ ਪਾਏ ਗਏ ਜੀ। ਪਾਠੀ ਸਿੰਘਾਂ ਤੋਂ ਪਾਠ ਕਰਦਿਆਂ, ਸੇਵਾਦਾਰਾਂ ਤੋਂ ਸੇਵਾ ਕਰਦਿਆਂ, ਮਹਾਂਪੁਰਸ਼ਾਂ ਤੋਂ ਕੀਰਤਨ ਕਰਦਿਆਂ, 6 ਪੌੜੀਆਂ ਆਨੰਦ ਸਾਹਿਬ ਦੇ ਜਾਪ ਕਰਦਿਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੋਕਾਂ ਤਰੁੱਟੀਆਂ ਅੱਖਰ ਵਾਧਾ ਘਾਟਾ ਹੋ ਜਾਂਦਾ ਜੀ। ਆ ਬਖਸ਼ੰਦ ਪਿਤਾ ਹੋ ਬਖਸ਼ ਲੈਣਾ ਜੀ। ਅੱਗੋਂ ਵਾਸਤੇ ਸ਼ੁੱਧ ਗੁਰਬਾਣੀ ਪੜ੍ਹਨ ਦੀ ਸਮੱਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਬਾਣੀ ਦਾ ਉੱਚ ਭਾਵ ਸਮੂਹ ਸਾਧ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ। ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਬਲਵੀਰ ਸਿੰਘ, ਭਾਈ ਰਣਧੀਰ ਸਿੰਘ ਸਮੂਹ ਪਰਿਵਾਰ ਰਖੜਾ ਵੱਲੋਂ ਕਰਵਾਈ ਗਈ ਹੈ ਸੱਚੇ ਪਾਤਸ਼ਾਹ ਜੀਓ। ਅਤੇ ਜੋ ਲੰਗਰ ਦੇ ਵਿੱਚ ਸਾਰਾ ਖਰਚਾ ਹੈ ਉਹ ਵੀ ਸੱਚੇ ਪਾਤਸ਼ਾਹ ਜੀਓ ਸੇਵਕਾਂ ਵੱਲੋਂ ਕੀਤਾ ਗਿਆ। ਕਿਰਪਾ ਕਰਨੀ, ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਜਿਸ ਵੀ ਭਾਵਨਾ ਨੂੰ ਮੁੱਖ ਰੱਖ ਕੇ ਸੇਵਕ ਪਰਿਵਾਰ ਨੇ ਸੇਵਾ ਲਈ ਆ ਸੋ ਭਾਵਨਾਵਾਂ ਪੂਰਨ ਕਰਨੀ, ਚੜ੍ਹਦੀ ਕਲਾ ਕਰਨੀ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ। ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਣਾ। ਦੂਸਰਾ ਅਖੰਡ ਪਾਠ ਸਾਹਿਬ ਬੀਬੀ ਸ਼ਿੰਦਰ ਕੌਰ ਸੁਪਤਨੀ ਸਵਰਗਵਾਸੀ ਸਰਦਾਰ ਕਰਨੈਲ ਸਿੰਘ ਵਾਸੀ ਖੇੜੀ ਗੌੜੀਆਂ ਵੱਲੋਂ ਕਰਵਾਇਆ ਗਿਆ ਅਤੇ ਸੱਚੇ ਪਾਤਸ਼ਾਹ ਜੀ ਉਹ ਕੇਲਿਆਂ ਦਾ ਪ੍ਰਸ਼ਾਦ ਲੰਗਰਾਂ ਦੇ ਲਈ ਵਸਤਾਂ ਰਸਤਾਂ ਭੇਜੀਆਂ ਨੇ। ਆਪ ਕਿਰਪਾ ਕਰਨੀ, ਸੇਵਕਾਂ ਦੀ ਕੀਤੀ ਸੇਵਾ ਥਾਂ ਪਾਉਣੀ, ਚੜ੍ਹਦੀ ਕਲਾ ਕਰਨੀ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ। ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਣਾ, ਕੀਤੀ ਸੇਵਾ ਥਾਂ ਪਾਉਣੀ। ਅਤੇ ਸੱਚੇ ਪਾਤਸ਼ਾਹ ਜੀ ਉਹ ਸਵਰਗਵਾਸੀ ਭਾਈ ਬਲਵੀਰ ਸਿੰਘ
ਪਟਿਆਲਾ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੋ ਕੇਲਿਆਂ ਦਾ ਲੰਗਰ ਗੁਰੂ ਕੀਆਂ ਸੰਗਤਾਂ ਵਾਸਤੇ ਲਿਆਂਦਾ, ਹੋਰ ਜੋ ਸੰਗਤਾਂ ਵੱਲੋਂ ਰਸਤਾਂ ਬਸਤਾਂ ਆਈਆਂ ਨੇ, ਆਪਸ ਕੀਤੀ ਸੇਵਾ ਸੇਵਕਾਂ ਦੀ ਥਾਂ ਪਾਉਣੀ, ਚੜ੍ਹਦੀ ਕਲਾ ਕਰਨੀ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ, ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਣਾ। ਸਮੂਹ ਪਰਿਵਾਰਾਂ ਨੇ ਆਪ ਨੂੰ ਸੁੰਦਰ ਪਹਿਚਾ ਕੇ ਮਾਇਆ ਹਾਜ਼ਰ ਕੀਤੀ ਹੈ। ਆਪ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਪਰਦੇ ਕੱਜਣੇ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਕਰਨੀਆਂ, ਦੁੱਧਾਂ ਪੁੱਤਾਂ ਦੀਆਂ ਦਾਤਾਂ ਬਖਸ਼ ਕੇ ਨਦਰੋ ਨਾਦਰ ਨਿਹਾਲ ਕਰਨਾ। ਹੋਰ ਜੋ ਮਾਈ ਭਾਈ ਬੱਚੇ ਤਿਲ ਫੁੱਲ ਲੈ ਕੇ ਹਾਜ਼ਰ ਹੋਏ ਨੇ, ਲੰਗਰਾਂ ਵਾਸਤੇ ਰਸਤਾਂ ਬਸਤਾਂ ਲੈ ਕੇ ਹਾਜ਼ਰ ਹੋਏ ਨੇ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨਾ, ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣਾ, ਸਭ ਦੀਆਂ ਮਨੋਕਾਮਨਾ ਪੂਰਨ ਕਰਨੀਆਂ, ਸਭ ਦੇ ਕਾਰਜ ਰਾਸ ਕਰਨੇ, ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ਼ ਕਰਕੇ ਆਪਣੇ ਦਰ ਤੋਂ ਨਾਮ ਦੀਆਂ ਦਾਤਾਂ ਗੁਰਸਿੱਖੀ ਦਾ ਜੀਵਨ ਬਖਸ਼ ਕੇ ਨਦਰੋ ਨਾਦਰ ਨਿਹਾਲ ਕਰਨਾ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈ ਹੈ ਜੀ। ਆਪ ਜੀ ਕੋ ਭੋਗ ਲੱਗਿਆ ਭੋਗ ਸਾਧ ਸੰਗ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ ਭੁੱਲਾਂ ਨਾ ਚਿਤਾਰਦੇ ਹੋਏ ਪਾਵਨ ਪਵਿੱਤਰ ਹੁਕਮਨਾਮੇ ਸੁਣਾ ਕੇ ਸੰਗਤਾਂ ਨੂੰ ਨਦਰੋ ਨਾਦਰ ਨਿਹਾਲ ਕਰੋ। ਸਹੀ ਗੁਰੂ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਪਾਵਨ ਪਵਿੱਤਰ ਨਾਮ ਚਿੱਤੇ ਆਵੈ, ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਖੁਆਰ ਹੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਿਰਦੈ ਨਾਮ ਵਸਾਏ ਹੋ, ਕਰ ਬੈਠੇ ਗੁਰੂ ਧਿਆਏ ਹੋ। ਗੁਰ ਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਹਿਰਦੈ ਨਾਮ ਵਸਾਏ ਹੋ, ਕਰ ਬੈਠੇ ਗੁਰੂ ਧਿਆਏ ਹੋ। ਗੁਰ ਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਆਪਣਾ ਹੋਇਓ ਗੁਰ ਮਿਹਰਬਾਨਾ, ਆਨੰਦ ਸੁਖ ਕਲਿਆਣ ਮੰਗਲ ਸਿਉ। ਕਰ ਆਏ ਕਰ ਇਛਨਾਨਾ ਰਹਾਉ। ਸਾਚੇ ਗੁਰ ਵਡਿਆਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਸਿਰ ਸ਼ਾਹ ਪਾਤਸ਼ਾਹ, ਗੁਰ ਭੇਟਤ ਮਨ ਓ ਮਾ। ਸਗਲ ਪਰਾਛਤ ਲਾਥੇ, ਮਿਲ ਸਾਧ ਸੰਗਤ ਕੈ ਸਾਥੇ। ਗੁਣ ਦਾਨ ਹਰ ਨਾਮਾ, ਜਪ ਪੂਰਨ ਹੋਏ ਕਾਮ। ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਟ ਕਰੈ ਜੈਕਾਰਾ। ਨਾਨਕ ਪ੍ਰਭ ਮੇਰਾ ਸਾਥੇ, ਜਨਮ ਮਰਨ ਭੈ ਲਾਥੇ। ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਟ ਕਰੈ ਜੈਕਾਰਾ। ਨਾਨਕ ਪ੍ਰਭ ਮੇਰਾ ਸਾਥੇ, ਜਨਮ ਮਰਨ ਭੈ ਲਾਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਿ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੀ। ਹਰ ਗੁਣ ਗਾਵਹੁ ਸਦਾ ਸੋ ਭਾਈ, ਮਨ ਚਿੰਦੇ ਸਗਲੇ ਫਲ ਪਾਵਹੁ। ਜੀਅ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਣ ਅਦਾਰਾ, ਹਮ ਸੰਤ ਜਨਾ ਰੇ ਨਾਰਾ। ਪਤਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾਧ ਜੀਅ ਸੰਗ ਰਖਵਾਲਾ। ਹਰ ਦਿਨ ਰੈਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਜਿਸ ਦੀਵੈ ਪੁਰਖ ਵਿਦਾਤਾ, ਹਰ ਰਸ ਤਿਨਹੀ ਜਾਤਾ। ਜਮ ਕੰਕਰ ਨੀੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ।
ਜਿਸ ਦੀਵੈ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੀੜ ਨ ਆਇਆ ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ। ਗੁਰੂ ਦੀਆਂ ਸਿੱਖ ਸੰਗਤਾਂ ਨੇ ਨਾਮ ਬਾਣੀ ਸੁਣ ਕੇ ਆਪਣੇ ਸਮੇਂ ਸਵਾਸਾਂ